ਸਭ ਤੋਂ ਪਹਿਲਾਂ ਆਪਾਂ ਗੁਰੂ ਸਾਹਿਬ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਦਾ ਅੱਜ ਦੇ ਸੈਸ਼ਨ ਵਿੱਚ ਸਵਾਗਤ ਹੈ। ਵੈਲਕਮ, ਜੀ ਆਇਆਂ ਨੂੰ। ਅੱਜ ਆਪਾਂ ਪਹਿਲੀ ਜਮਾਤ ਤੋਂ ਸ਼ੁਰੂ ਕਰਨ ਲੱਗੇ ਹਾਂ। ਆਪਣੇ ਮਨ ਦੀਆਂ ਖਿੜਕੀਆਂ ਬਾਹਰੋਂ ਭੇੜ ਲਓ ਤੇ ਅੰਦਰਲੇ ਪਾਸਿਓਂ ਇਹ ਖਿੜਕੀਆਂ ਖੋਲ੍ਹ ਲਵੋ ਤੇ ਓਪਨ ਮਾਈਂਡਡ ਹੋ ਕੇ ਆਪਾਂ ਅੱਜ ਦੇ ਸੈਸ਼ਨ ਵਿੱਚ ਬੈਠੀਏ, ਕਿਉਂ ਅੱਜ ਆਪਾਂ ਗੱਲ ਸੱਚ ਦੀ ਕਰਨ ਲੱਗੇ ਹਾਂ। ਸੱਚ ਤੋਂ ਸੱਚ ਤੱਕ ਦਾ ਸਫ਼ਰ ਸ਼ੁਰੂ ਕਰਨ ਲੱਗੇ ਹਾਂ। ਅੱਜ ਆਪਾਂ ਸਭ ਤੋਂ ਪਹਿਲਾਂ ਜਪਜੀ ਸਾਹਿਬ ਦੀ ਬਾਣੀ ਦੀ ਵਿਚਾਰ ਸ਼ੁਰੂ ਕਰਾਂਗੇ। ਅੱਜ ਦੇ ਸੈਸ਼ਨ ਵਿੱਚ ਜਪਜੀ ਸਾਹਿਬ ਵਿੱਚ ਮੂਲ ਮੰਤਰ ਤੇ ਉਸ ਦੇ ਨਾਲ ਲੱਗਦੇ ਮੰਗਲਾਚਰਨ ਸ਼ਲੋਕ ਦੀ ਵਿਚਾਰ ਕਰਾਂਗੇ। ਅੱਜ ਜੋ ਜਪ ਬਾਣੀ ਹੈ, ਇਸ ਦੀ ਵਿਚਾਰ ਆਪਾਂ ਕਰਦੇ ਹਾਂ। ਸਤਿਗੁਰੂ ਨੇ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ। ਜਪ ਸਾਹਿਬ ਨੂੰ ਆਪਾਂ ਜਪ ਜੀ ਸਾਹਿਬ ਵੀ ਸਤਿਕਾਰ ਨਾਲ ਕਹਿੰਦੇ ਹਾਂ। ਆਮ ਤੌਰ ਤੇ ਅਸੀਂ ਆਮ ਭਾਸ਼ਾ ਵਿੱਚ ਜਪ ਜੀ ਸਾਹਿਬ ਹੀ ਕਹਿੰਦੇ ਹਾਂ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲੀ ਬਾਣੀ ਹੈ। ਇਸ ਦੀ ਸ਼ੁਰੂਆਤ ਮੂਲ ਮੰਤਰ ਤੋਂ ਹੁੰਦੀ ਹੈ, ਜੋ ਕਿ ਇੱਕ ਓਂਕਾਰ ਤੋਂ ਗੁਰ ਪ੍ਰਸਾਦ ਤੱਕ ਹੈ। ਅੱਗੇ ਬਾਣੀ ਜਪ ਹੈ। ਇਸ ਦੀਆਂ 38 ਪੌੜੀਆਂ ਨੇ ਤੇ 2 ਸ਼ਲੋਕ ਨੇ। ਇੱਕ ਸ਼ਲੋਕ ਆਰੰਭ ਵਿੱਚ ਤੇ ਇੱਕ ਅਖੀਰ ਵਿੱਚ ਹੈ। ਜਪ ਦਾ ਅਰਥ ਹੈ ਸਿਮਰਨ, ਬੰਦਗੀ, ਭਜਨ ਕਰਨਾ, ਯਾਦ ਕਰਨਾ, ਚੇਤੇ ਵਿੱਚ ਰੱਖਣਾ। ਪੁਰਾਤਨ ਸਮਿਆਂ ਤੋਂ ਇਹ ਰਿਵਾਜ ਚੱਲਿਆ ਆ ਰਿਹਾ ਕਿ ਕੋਈ ਲਿਖਾਰੀ ਜਾਂ ਕਵੀ ਜਦੋਂ ਰਚਨਾ ਕਰਨ ਲੱਗਦੇ ਸੀ ਤਾਂ ਸਭ ਤੋਂ ਪਹਿਲਾਂ ਆਪਣੇ ਇਸ਼ਟ ਦੀ ਉਸਤਤ ਵਡਿਆਈ ਕਰਦਾ ਸੀ, ਜਿਸ ਨੂੰ ਮੰਗਲਾਚਰਨ ਕਿਹਾ ਜਾਂਦਾ, ਤੇ ਅਖੀਰ ਵਿੱਚ ਆਪਣੇ ਇਸ਼ਟ ਦਾ ਧੰਨਵਾਦ ਕਰਦਾ ਸੀ ਤੇ ਕੋਈ ਜਾਂ ਫਿਰ ਕੋਈ ਬੇਨਤੀ ਰੂਪ ਵਿੱਚ ਕੋਈ ਮੁੱਦਾ ਜਾਂ ਕੋਈ ਮਕਸਦ ਉਸ ਅੱਗੇ ਰੱਖਦਾ ਸੀ। ਲੱਗਦਾ ਹੈ ਗੁਰੂ ਨਾਨਕ ਸਾਹਿਬ ਨੇ ਵੀ ਇਸੇ ਰੀਤੀ ਨੂੰ ਵਰਤਦਿਆਂ ਹੋਇਆਂ ਮੁੱਢਲੇ ਸ਼ਲੋਕ ਵਿੱਚ ਉਹ ਆਪਣੇ ਇਸ਼ਟ ਅਕਾਲ ਪੁਰਖ ਦਾ ਸਰੂਪ ਬਿਆਨ ਕਰਦੇ ਹਨ ਕਿ ਉਹ ਸਦਾ ਹੋਂਦ ਵਾਲਾ ਹੈ, ਸਦਾ ਹੀ ਕਾਇਮ ਰਹਿਣ ਵਾਲਾ ਹੈ। ਤੇ ਅਖੀਰਲੇ ਸ਼ਲੋਕ ਵਿੱਚ ਜਪ ਬਾਣੀ ਦਾ ਨਿਚੋੜ ਸਾਨੂੰ ਦੇ ਦਿੱਤਾ ਹੈ। ਜਪ ਬਾਣੀ ਕਦੋਂ ਉਚਾਰੀ ਗਈ, ਇਸ ਬਾਰੇ ਕੋਈ ਭਰੋਸੇਯੋਗ ਇਤਿਹਾਸਿਕ ਹਵਾਲੇ ਨਹੀਂ ਮਿਲਦੇ, ਪਰ ਇਸ ਵਿਚਲੀ ਸਾਰੀ ਵਿਚਾਰ ਇੱਕੋ ਹੀ ਤੁਕ ਦੁਆਲੇ ਘੁੰਮਦੀ ਹੈ। ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਭਾਲ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਇਹ ਇੱਕ ਬਹੁਤ ਉੱਚੀ ਆਤਮਿਕ ਉਡਾਰੀ ਹੈ। ਪਿਆਰਿਓ, ਆਓ ਮਨੁੱਖਾ ਜੀਵਨ ਦੇ ਮਨੋਰਥ ਨੂੰ ਸਮਝਣ ਲਈ ਆਪਣੇ ਜਗਿਆਸੂ ਮਨ ਨੂੰ ਜਗਾਈਏ। ਜਿਉਂ-ਜਿਉਂ ਬਾਣੀ ਦੇ ਸਮੁੰਦਰ ਵਿੱਚ ਡੂੰਘੀ ਚੁੱਭੀ ਲਾਵਾਂਗੇ, ਤਿਉਂ-ਤਿਉਂ ਸੁਆਦਲੀ ਜਿਹੀ ਸੋਝੀ ਆਉਣ ਲੱਗੇਗੀ, ਤ੍ਰਿਪਤੀ ਤੇ ਆਨੰਦ ਮਹਿਸੂਸ ਹੋਣ ਲੱਗੇਗਾ। ਤੁਸੀਂ ਕੋਠੇ ਨੂੰ ਲੱਗੀ ਹੋਈ ਲੱਕੜ ਦੀ ਪੌੜੀ, ਜੋ ਅੱਜ ਕੱਲ੍ਹ ਤਾਂ ਪੱਥਰ ਸੀਮਿੰਟ ਦੀਆਂ ਬਣ ਗਈਆਂ, ਲੱਕੜ ਦੀ ਪੌੜੀ ਬਣੀ ਹੁੰਦੀ ਸੀ, ਉਸ ਦਾ ਕਿਆਸ ਕਰੋ। ਉਸਨੂੰ ਕਿੰਨੇ ਹੀ ਟੰਬੇ ਲੱਗੇ ਹੁੰਦੇ ਸੀ, ਇੱਕ ਇੱਕ ਟੰਬਾ ਚੜ੍ਹ ਕੇ ਅਸੀਂ ਕੋਠੇ ਦੀ ਛੱਤ ਤੇ ਪਹੁੰਚਦੇ ਸੀ। ਜਪ ਦੀ ਇੱਕ ਇੱਕ ਪੌੜੀ ਆ, ਇੱਕ ਇੱਕ ਟੰਬਾ ਸਮਝੋ, ਇੱਕ ਇੱਕ ਸਟੈਪ ਆ। ਜਿਉਂ-ਜਿਉਂ ਅਸੀਂ ਇਸ ਪੌੜੀ ਦੇ ਡੰਡਿਆਂ ਉੱਪਰ ਚੜ੍ਹਦੇ ਜਾਵਾਂਗੇ ਤੇ ਅਖੀਰਲੇ ਟੰਬੇ ਤੇ ਪੁੱਜਾਂਗੇ, ਜਿਉਂ ਹੀ ਅਖੀਰਲੇ ਟੰਬੇ ਤੋਂ ਪੈਰ ਝੱਕ ਕੇ ਉੱਪਰ ਰੱਖਾਂਗੇ ਤਾਂ ਉਹ ਕੋਠੇ ਦੀ ਛੱਤ ਉੱਪਰ ਜਾਵੇਗਾ। ਇਹ ਕੋਠੇ ਦੀ ਛੱਤ ਹੀ ਸਮਝੋ ਮੰਜ਼ਿਲ ਹੈ। ਇਹੀ ਸੱਚਖੰਡ ਹੈ,
ਅਖੀਰਲਾ ਟੰਬਾ ਸਮਝੋ ਗੁਰਪ੍ਰਸਾਦ ਹੈ, ਤੇ ਛੱਤ ਸਮਝੋ ਸੱਚਖੰਡ ਹੈ, ਮੰਜ਼ਿਲ ਹੈ, ਆਖਰੀ ਟਿਕਾਣਾ ਹੈ ਜਿੱਥੇ ਪਹੁੰਚਣਾ ਹੀ ਜ਼ਿੰਦਗੀ ਦਾ ਮਨੋਰਥ ਹੈ। ਸੋ ਪਿਆਰੇ ਜੀਓ, ਇਹ ਬਾਣੀ ਸਾਨੂੰ ਇੱਕ ਚੁਆਇਸ ਦਿੰਦੀ ਹੈ, ਇੱਕ ਆਪਸ਼ਨ ਦਿੰਦੀ ਹੈ ਕਿ ਤੁਸੀਂ ਇੱਕ ਤੋਂ ਸ਼ੁਰੂ ਹੋ ਕੇ ਰੱਬ ਦੇ ਘਰ ਤੱਕ ਪਹੁੰਚ ਸਕਦੇ ਹੋ, ਮਨੁੱਖ ਤੋਂ ਪਰਮ ਮਨੁੱਖ, ਸਚਿਆਰ ਮਨੁੱਖ ਬਣ ਸਕਦੇ ਹੋ। ਇਹ ਸੁਨਹਿਰੀ ਮੌਕਾ ਹੋਰ ਕਿਧਰੇ ਨਹੀਂ ਮਿਲਦਾ, ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਇਹ ਮੌਕਾ ਦਿੰਦੇ ਹਨ। ਸਿੱਖ ਧਰਮ ਹੀ ਮਨੁੱਖ ਨੂੰ ਰੱਬ ਬਣਨ ਦੇ ਅਵਸਰ ਪ੍ਰਦਾਨ ਕਰਦਾ ਹੈ। ਆਓ ਇਸ ਮਨੁੱਖਾ ਜੀਵਨ ਦਾ ਲਾਹਾ ਲਈਏ ਅਤੇ ਇੱਕ ਤੋਂ ਸ਼ੁਰੂ ਕਰਕੇ ਰੱਬ ਦੇ ਘਰ ਜਾਣ ਵਾਲਾ ਸੱਚ ਦਾ ਸਰਲ ਜਿਹਾ ਮਾਰਗ ਅਪਣਾਈਏ। ਅੱਜ ਆਪਾਂ ਮੂਲ ਮੰਤਰ ਤੇ ਮੰਗਲਾਚਰਨ ਵਾਲੇ ਸ਼ਲੋਕ ਤੋਂ ਸ਼ੁਰੂ ਕਰਦੇ ਹਾਂ, ਜੋ ਕਿ ਅੰਕ 1 ਤੋਂ ਸ਼ੁਰੂ ਹੁੰਦਾ ਹੈ। ਪਹਿਲਾਂ ਆਪਾਂ ਇਸ ਦਾ ਪਾਠ ਕਰਾਂਗੇ, ਫਿਰ ਇਸ ਦੇ ਅੱਖਰੀ ਅਰਥ, ਫਿਰ ਇਸ ਦਾ ਭਾਵ ਅਰਥ, ਤੇ ਅੰਤ ਵਿੱਚ ਸਾਰੇ ਵਿਸ਼ੇ ਦਾ ਸੰਖੇਪ ਭਾਵ ਅਰਥ, ਤੇ ਅਸੀਂ ਸਿੱਖਿਆ ਕੀ ਲੈਣੀ ਹੈ ਇਸ ਦੀ ਵਿਚਾਰ ਕਰਾਂਗੇ। ਪਾਠ ਕਰ ਲੈਂਦੇ ਆਪਾਂ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸਚ ਜੁਗਾਦ ਸਚ ਹੈ ਭੀ ਸਚ, ਨਾਨਕ ਹੋਸੀ ਭੀ ਸਚ। ਇੱਕ ਓਂਕਾਰ। ਇੱਕ ਓਂਕਾਰ ਦੇ ਆਪਾਂ 3 ਹਿੱਸੇ ਕਰਦੇ ਹਾਂ। ਪਹਿਲਾ ਹਿੱਸਾ ਇੱਕ, ਦੂਜਾ ਓੰ ਤੇ ਤੀਜਾ ਕਾਰ। ਇੱਕ ਦਾ ਮਤਲਬ ਹੈ ਇੱਕ, ਸਿਰਫ ਇੱਕ ਹੀ ਹੈ, ਇਸ ਵਰਗਾ ਹੋਰ ਕੋਈ ਨਹੀਂ। ਇਹ ਯੂਨੀਕ ਹੈ, ਵਿਲੱਖਣ ਹੈ। ਇਹ ਕਿਸ ਦੀ ਗੱਲ ਹੈ? ਕੌਣ ਇੱਕ ਹੈ? ਉਹ ਅੱਗੇ ਹੈਗਾ ਓੰ, ਜਿਹੜਾ ਅਗਲਾ ਓੰ। ਓੰ ਦਾ ਮਤਲਬ ਹੈ ਹਸਤੀ, ਸ਼ਕਤੀ, ਊਰਜਾ। ਕਾਰ, ਫਿਰ ਅੱਗੇ ਕਾਰ। ਕਾਰ ਦਾ ਮਤਲਬ ਹੈ ਇੱਕ ਰਸ, ਜਿਸ ਵਿੱਚ ਤਬਦੀਲੀ ਨਾ ਹੋਵੇ, ਸਦਾ ਰਵਾਨਗੀ ਰਹੇ, ਜਿਸ ਵਿੱਚ ਸੰਪੂਰਨਤਾ ਹੈ, ਅਧੂਰਾਪਣ ਨਹੀਂ ਹੈ, ਨਿਰੰਤਰਤਾ ਹੈ, ਭਰਪੂਰਤਾ ਹੈ। ਇਹ ਗੱਲ ਇਸੇ ਹਸਤੀ ਦੀ, ਸ਼ਕਤੀ ਦੀ, ਊਰਜਾ ਦੀ ਹੋ ਰਹੀ ਸੀ, ਜੋ ਸਿਰਫ ਇੱਕ ਹੀ ਹੈ, 2 ਜਾਂ 4 ਨਹੀਂ। ਇੱਕ ਵਰਗਾ ਵੀ ਕੋਈ ਹੋਰ ਨਹੀਂ ਹੈ, ਇਸ ਵਰਗਾ ਹੋਰ ਕੋਈ ਹੈ ਨਹੀਂ। ਇਹ ਸ਼ਕਤੀ ਇੱਕੋ ਇੱਕ ਹੈ, 2 ਜਾਂ 4 ਨਹੀਂ। ਇਹ ਹਸਤੀ ਵਿਲੱਖਣ ਹੈ, ਇਸ ਵਿੱਚ ਲਗਾਤਾਰ ਰਵਾਨਗੀ ਹੈ, ਜਿਸ ਨੂੰ ਰੋਕਿਆ ਜਾਂ ਮੋੜਿਆ ਨਹੀਂ ਜਾ ਸਕਦਾ, ਜਾਂ ਇਸ ਨੂੰ ਬੰਨ੍ਹ ਨਹੀਂ ਲਾਇਆ ਜਾ ਸਕਦਾ, ਇਸ ਨੂੰ ਤੋੜਿਆ ਵੀ ਨਹੀਂ ਜਾ ਸਕਦਾ, ਇਸ ਦੇ ਟੋਟੇ ਨਹੀਂ ਹੋ ਸਕਦੇ, ਜਾਂ ਇਸ ਨੂੰ ਵਿੱਚੋਂ ਤੋੜ ਕੇ 2 ਜਾਂ 3 ਹਿੱਸੇ ਕਰ ਦਈਏ। ਇਹ ਅਕਲ ਕਲਾ ਹੈ, ਇਹ ਇਨਡਿਵਿਜ਼ੀਬਲ ਹੈ, ਇਸ ਦੇ ਮਤਲਬ ਪਾਰਟਸ ਨਹੀਂ ਬਣਾਏ ਜਾ ਸਕਦੇ। ਅਸੀਮ ਹੈ, ਕੋਈ ਸੀਮਾ ਨਹੀਂ ਹੈ, ਕੋਈ ਕਿਨਾਰਾ ਨਹੀਂ ਹੈ। ਕਿਨਾਰੇ ਤੇ ਟੁੱਟ ਜਾਂਦੇ ਨੇ, ਖੁਰ ਜਾਂਦੇ ਨੇ। ਇਹ ਅਵਿਨਾਸੀ ਹੈ, ਖਤਮ ਹੋਣ ਵਾਲੀ ਵੀ ਨਹੀਂ ਹੈ ਵੀ ਇਸ ਚੋਂ ਕੋਈ ਸ਼ਕਤੀ ਸੁੱਕ ਜਾਊਗੀ, ਇਸ ਸਮੁੰਦਰ ਦਾ ਪਾਣੀ ਸੁੱਕ ਜਾਊ, ਜਾਂ ਕੁਛ ਇਸ ਵਿੱਚ ਵਗਣ ਵਾਲੀ ਜਿਹੜੀ એનર્ਜੀ ਉਹ ਸੁੱਕ ਜਾਊਗੀ। ਨਹੀਂ, ਇਹ ਨਾ ਖਤਮ ਹੋਣ ਵਾਲੀ ਹੈ। ਇਸ ਨੂੰ ਅਸੀਂ ਕੁਛ ਵੀ ਕਹਿ ਸਕਦੇ ਹਾਂ, ਅਕਾਲ ਪੁਰਖ, ਵਾਹਿਗੁਰੂ, ਕੋਈ ਆਪਣਾ ਨਾਮ ਦੇ ਸਕਦੇ ਹਾਂ। ਵੱਖ ਵੱਖ ਧਰਮ ਵਾਲੇ ਆਪਣਾ ਆਪਣਾ ਨਾਮ ਦਿੰਦੇ ਹਨ, ਪਰ ਇਹ ਇੱਕੋ ਇੱਕ ਸ਼ਕਤੀ ਹੈ ਜੋ ਸੰਸਾਰ ਨੂੰ ਚਲਾ ਰਹੀ ਹੈ, ਜਿਸ ਨੇ ਇਹ ਸੰਸਾਰ ਦੀ ਰਚਨਾ ਕੀਤੀ ਹੈ,
ਬਣਾਇਆ ਹੈ। ਅੱਗੇ ਆ ਗਿਆ ਸਤਨਾਮ। ਸਤਨਾਮ ਦਾ ਮਤਲਬ ਜਿਸ ਦਾ ਨਾਮ ਸਤ ਹੈ। ਸਤ ਦਾ ਮਤਲਬ ਹੋਂਦ ਵਾਲਾ ਹੈ, ਐਗਜ਼ਿਸਟੈਂਸ ਵਾਲਾ ਹੈ, ਕੋਈ ਝੂਠ ਨਹੀਂ ਹੈ। ਉਹ ਸ਼ਕਤੀ ਸਤ ਹੈ, ਹੋਂਦ ਵਾਲੀ ਹੈ, ਉਹ ਐਗਜ਼ਿਸਟ ਕਰਦੀ ਹੈ। ਝੂਠ ਕਦੇ ਟਿਕਦਾ ਨਹੀਂ, ਨਿਭਣਾ ਖੜਨਾ ਸੱਚ ਨਹੀਂ ਹੁੰਦਾ ਹੈ। 19 ਨਵੰਬਰ 2021 ਨੂੰ ਕਿਸਾਨੀ ਸੰਘਰਸ਼ ਦੀ ਜਿੱਤ ਸੱਚ ਦੀ ਜਿੱਤ ਹੈ। ਸਭ ਦੇ ਸੱਚ ਤੇ ਭਰੋਸੇ ਵਾਲਿਆਂ ਦੀ ਜਿੱਤ ਹੈ। ਸੱਚ ਨੇ ਹੀ ਨਿਭਣਾ ਹੁੰਦਾ ਹੈ। ਸੱਚ ਓੜਕ ਸੱਚ ਰਹੀ, ਮਤਲਬ ਸੱਚ ਆਖਰ ਨੂੰ ਪ੍ਰਗਟ ਹੁੰਦਾ ਹੈ। ਸਤਨਾਮ ਮਤਲਬ ਸਤਨਾਮ ਦਾ ਮਤਲਬ ਹੋ ਗਿਆ ਕਿ ਸੱਚ ਸਦਾ ਐਗਜ਼ਿਸਟ ਕਰਦਾ ਹੈ, ਇਹ ਖਤਮ ਨਹੀਂ ਹੁੰਦਾ। ਕਰਤਾ, ਕਰਤਾ ਦਾ ਮਤਲਬ ਜਿਸ ਵਿੱਚ ਕਰਨ ਦੀ ਸਮਰੱਥਾ ਹੈ। ਇਸ ਵਿੱਚ ਸਭ ਕੁਝ ਕਰ ਸਕਣ ਦੀ ਸਮਰੱਥਾ ਹੈ। ਸਭ ਕੁਝ ਕਰ ਸਕਣ ਦੀ ਸਮਰੱਥਾ ਹੈ ਮਤਲਬ ਇਹ ਸ਼ਕਤੀ ਸਭ ਕੁਝ ਕਰ ਸਕਦੀ ਹੈ, ਘਟਾ ਸਕਦੀ ਹੈ, ਬਣਾ ਸਕਦੀ ਹੈ, ਨਵੀਂ ਜਨਰੇਸ਼ਨ ਕਰ ਸਕਦੀ ਹੈ, ਜਨਰੇਟ ਕਰ ਸਕਦੀ ਹੈ, ਕੁਛ ਵੀ। ਪੁਰਖ, ਪੁਰਖ ਦਾ ਮਤਲਬ ਹੈ ਜੋ ਸਰੀਰ ਵਿੱਚ ਲੇਟਿਆ ਹੋਵੇ। ਅਸੀਂ ਆਮ ਬੋਲੀ ਵਿੱਚ ਪੁਰਖ ਦੇ ਅਰਥ ਕਰ ਦਿੰਦੇ ਹਾਂ ਮਨੁੱਖ, ਮਤਲਬ ਜੋ ਸਰੀਰ ਵਿੱਚ ਵੀ ਹੈ, ਜਾਣੀ ਸਰਗੁਣ ਸਰੂਪ ਜੋ ਹੈ ਇਹਦਾ। ਕਰਤਾ ਪੁਰਖ ਜਾਣੀ, ਕਰਤਾ ਪੁਰਖ ਦਾ ਜੇ ਇਕੱਠਾ ਅਰਥ ਕਰੀਏ ਤਾਂ ਕਰਤਾ ਹੋਣ ਦੀ ਹੈਸੀਅਤ ਵਿੱਚ ਉਸਨੇ ਇੱਕ ਇਹ ਸ੍ਰਿਸ਼ਟੀ ਦੀ ਰਚਨਾ ਕੀਤੀ ਅਤੇ ਪੁਰਖ ਬਣ ਇਸ ਵਿੱਚ ਬੈਠ ਗਿਆ। ਕਹਿਣ ਤੋਂ ਮਤਲਬ ਕਿ ਸਾਰਾ ਦ੍ਰਿਸ਼ਟਮਾਨ ਸੰਸਾਰ ਉਸ ਦਾ ਹੀ ਰੂਪ ਹੈ। ਅਸੀਂ ਸਾਰੇ ਮਨੁੱਖ ਤੁਰਦੇ ਫਿਰਦੇ ਰੱਬ ਹੀ ਹਾਂ। ਸਾਰੀ ਕੁਦਰਤ ਰੱਬ ਹੀ ਹੈ, ਉਸ ਤੋਂ ਵੱਖ ਕੁਝ ਵੀ ਨਹੀਂ। ਇਹ ਉਸ ਦਾ ਸਰਗੁਣ ਸਰੂਪ ਹੈ। ਆਮ ਕਰਕੇ ਕੋਈ ਚੀਜ਼ ਬਣਾਉਣ ਵਾਲਾ ਉਸ ਚੀਜ਼ ਤੋਂ ਵੱਖ ਰਹਿੰਦਾ ਹੈ। ਜਿਵੇਂ ਮਿਸਤਰੀ ਨੇ ਕੁਰਸੀ ਬਣਾਈ, ਪਰ ਉਹ ਕੁਰਸੀ ਵਿੱਚ ਆਪ ਨਹੀਂ ਹੁੰਦਾ। ਕੁਰਸੀ ਵੱਖ ਤੇ ਮਿਸਤਰੀ ਵੱਖ ਰਹਿੰਦਾ ਹੈ। ਪਰ ਇੱਥੇ ਇਹ ਉਸ ਦੀ ਵਿਲੱਖਣਤਾ ਹੈ ਕਿ ਉਹ ਸੰਸਾਰ ਨੂੰ ਬਣਾ ਕੇ, ਸੰਸਾਰ ਦੀ ਰਚਨਾ ਕਰਕੇ ਆਪ ਵੀ ਸੰਸਾਰ ਵਿੱਚ ਹੀ ਸਮਾ ਗਿਆ ਹੈ। ਸੰਸਾਰ ਆਪ ਹੀ ਸੰਸਾਰ ਦੇ ਵਿੱਚ ਬੈਠ ਗਿਆ ਹੈ। ਕੋਈ ਜਰਾ, ਕੋਈ ਕਣ, ਕੋਈ ਜਣ, ਕੋਈ ਤਨ, ਕੋਈ ਮਨ, ਕੋਈ ਕਤਰਾ, ਕੋਈ ਬੂੰਦ ਉਸ ਤੋਂ ਬਿਨਾਂ ਨਹੀਂ ਹੈ। ਸਭ ਵਿੱਚ ਸਮਾਇਆ ਹੋਇਆ ਹੈ, ਕੋਈ ਜਗ੍ਹਾ ਖਾਲੀ ਨਹੀਂ। ਹਰ ਜੀਵ ਨੂੰ ਖੁੱਲ੍ਹ ਹੈ ਕਿ ਆਪਣੇ ਆਪ ਨੂੰ ਰੱਬ ਵਰਗਾ ਬਣਾ ਸਕਦਾ ਹੈ, ਆਪਣੇ ਅੰਦਰ ਰੱਬ ਵਾਲੇ ਗੁਣ ਪੈਦਾ ਕਰਕੇ ਰੱਬ ਤੱਕ ਪਹੁੰਚ ਸਕਦਾ ਹੈ। ਸਹਿਜੇ ਸਹਿਜੇ, ਧੀਰਜ ਨਾਲ, ਭਰੋਸੇ ਨਾਲ ਯਤਨ ਕਰੇ, ਮਿਹਨਤ ਕਰੇ, ਉਦਮ ਕਰੇ, ਮਹਿਸੂਸ ਕਰੇ, ਉਸ ਦੇ ਅੰਦਰ ਬੈਠਾ ਕਰਤਾਰ ਇੱਕ ਦਿਨ ਪ੍ਰਗਟ ਹੋਵੇਗਾ। ਇਸ ਤਰ੍ਹਾਂ ਉਸ ਨੂੰ ਨਿਰਵਾਣ ਪ੍ਰਾਪਤ ਹੋਵੇਗਾ, ਮੁਕਤੀ ਪ੍ਰਾਪਤ ਹੋਵੇਗੀ। ਉਹ ਉਸ ਸ਼ਕਤੀ ਦੇ ਵਿੱਚ ਹੀ ਸਮਾ ਜਾਵੇਗਾ। ਨਿਰਭਉ, ਇਸ ਸ਼ਕਤੀ ਹੈ ਜਿਹੜੀ, ਉਸ ਨੂੰ ਕਿਸੇ ਦਾ ਡਰ ਨਹੀਂ, ਉਹ ਨਿਡਰ ਹੈ। ਉਸ ਦੇ ਅੰਦਰ ਨਿਰਭੈਤਾ ਹੈ। ਵੀ ਇਹ ਨਹੀਂ ਹੈ ਜਿਵੇਂ ਵੀ ਕੋਈ ਵੱਡਾ ਅਫਸਰ ਹੁੰਦਾ, ਛੋਟੇ ਉਸ ਤੋਂ ਡਰਦੇ ਨੇ, ਪਰ ਇਹ ਕਿਸੇ ਦੇ ਡਰ ਵਿੱਚ ਨਹੀਂ। ਸਭ ਦੁਨੀਆ ਤਾਂ ਇਸ ਦੇ ਡਰ ਵਿੱਚ ਹੈ। ਚੱਲਣਾ ਚਾਹੀਦਾ ਦੁਨੀਆ ਨੂੰ ਇਸ ਦੇ ਡਰ ਵਿੱਚ, ਪਰ ਨਹੀਂ ਚੱਲਣ ਕਰਕੇ ਅੱਜ ਦੁਨੀਆ ਦੇ ਵਿੱਚ ਜੋ ਤਰਸੱਲੀ ਮੱਚੀ ਹੋਈ ਹੈ ਜਾਂ ਅਰਾਜਕਤਾ ਜੋ ਫੈਲੀ ਹੋਈ ਹੈ, ਉਹ ਇਸੇ ਕਰਕੇ ਹੈ ਕਿ ਰੱਬ ਤੋਂ ਮੁਨਕਰ ਹੋ ਗਏ। ਜਿੱਥੋਂ ਸ਼ਕਤੀ ਮਿਲਣੀ ਸੀ, ਜਿਸ ਤੋਂ ਡਰਨਾ ਸੀ, ਜਿਸ ਦੇ ਨਿਯਮ ਵਿੱਚ ਚੱਲਣਾ ਸੀ, ਉਸੇ ਨਿਯਮ ਵਿੱਚ ਅਸੀਂ ਚੱਲਦੇ ਨਹੀਂ, ਉਸਦੇ ਹੁਕਮ ਵਿੱਚ ਅਸੀਂ ਚੱਲਦੇ ਨਹੀਂ। ਉਸਨੇ ਜੋ ਹੁਕਮ ਪੈਦਾ ਕੀਤਾ, ਜੋ ਨਿਯਮ ਬਣਾਇਆ, ਜੋ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਇੱਕ ਨਿਯਮ ਪਰਮਾਤਮਾ ਨੇ ਬਣਾ ਦਿੱਤਾ, ਉਸ ਦੇ ਨਿਯਮ ਵਿੱਚ ਅਸੀਂ ਨਹੀਂ ਚੱਲਦੇ, ਉਸ ਦੀ ਉਲੰਘਣਾ ਕਰ ਰਹੇ। ਇਸੇ ਕਰਕੇ ਹੀ ਇਹ ਅੱਜ ਸੰਸਾਰ ਦੇ ਵਿੱਚ ਮਤਲਬ ਅਸ਼ਾਂਤੀ ਹੈ। ਮਤਲਬ ਇਹ ਸ਼ਕਤੀ ਕਿਸੇ ਤੋਂ ਡਰਦੀ ਨਹੀਂ, ਇਸ ਨੂੰ ਕਿਸੇ ਦਾ ਡਰ ਨਹੀਂ, ਡਰ ਪਾ ਨਹੀਂ, ਸਭ ਨੂੰ ਬਰਾਬਰ ਹੈ ਉਹਦੇ ਲਈ। ਨਿਰਵੈਰ, ਉਹਦੀ ਕਿਸੇ ਨਾਲ ਦੁਸ਼ਮਣੀ ਵੀ ਨਹੀਂ, ਇਹ ਵੈਰ ਰਹਿਤ ਹੈ, ਉਸ ਅੰਦਰ ਨਿਰਵੈਰਤਾ ਹੈ। ਇਹ ਨਹੀਂ ਹੈ ਕਿ
ਉਹ ਕਿਸੇ ਦਾ ਚੰਗਾ ਸੋਚਦਾ ਤੇ ਕਿਸੇ ਦਾ ਮਾੜਾ ਸੋਚਦਾ, ਕਿਸੇ ਨਾਲ ਦੁਸ਼ਮਣੀ ਨਿਭਾਵੇ। ਜਿਵੇਂ ਕੋਈ ਕਿਸੇ ਦੇ ਪ੍ਰਭਾਵ ਥੱਲੇ ਨਹੀਂ, ਕਿ ਕਿਸੇ ਦੇ ਪ੍ਰਭਾਵ ਥੱਲੇ ਬੰਦਾ ਵੱਡੇ ਦੇ ਪ੍ਰਭਾਵ ਵਿੱਚ ਆ ਜਾਂਦਾ, ਦੂਜੇ ਦੇ ਪ੍ਰਭਾਵ ਹੇਠ ਆ ਜਾਂਦਾ, ਇਸ ਕਰਕੇ ਕਿਸੇ ਨਾਲ ਵੈਰ ਕਮਾਉਂਦਾ, ਕਿਸੇ ਨਾਲ ਮਿੱਤਰਤਾ ਕਮਾਉਂਦਾ। ਪਰ ਉਹ ਸਭ ਨਾਲ ਸਭ ਦਾ ਮਿੱਤਰ ਹੀ ਹੈ, ਕਿਸੇ ਨਾਲ ਦੁਸ਼ਮਣੀ ਨਹੀਂ ਉਹਦੀ। ਅਕਾਲ ਮੂਰਤ, ਉਸ ਦੀ ਮੂਰਤ ਜਿਹੜੀ ਆ ਅਕਾਲ ਹੈ, ਮਤਲਬ ਉਸ ਉੱਪਰ ਸਮੇਂ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਉਹ ਜਾਣੀ ਕਹਿਣ ਦਾ ਮਤਲਬ ਉਹ ਉਸ ਉੱਤੇ ਜਵਾਨੀ, ਬੁਢਾਪਾ, ਬਚਪਨ ਇਹ ਚੀਜ਼ਾਂ ਕੋਈ ਪ੍ਰਭਾਵ ਨਹੀਂ ਪਾਉਂਦੀਆਂ। ਉਸ ਦੀ ਕੋਈ ਮੂਰਤ ਜਾਂ ਤਸਵੀਰ ਨਹੀਂ ਬਣਾਈ ਜਾ ਸਕਦੀ ਜਾਂ ਢਾਈ ਜਾ ਸਕਦੀ। ਉਸ ਦੀ ਮੂਰਤ ਬਣਦੀ ਹੀ ਨਹੀਂ, ਸਾਰਾ ਸੰਸਾਰ ਹੀ ਉਸ ਦੀ ਮੂਰਤ ਹੈ, ਤੇ ਮੂਰਤ ਕਿਵੇਂ ਬਣੇਗੀ? ਉਸ ਦਾ ਸਰੂਪ ਕਾਲ ਤੋਂ ਪਰੇ ਹੈ, ਨਾਸ ਰਹਿਤ ਹੈ, ਨਾਸਵੰਤ ਹੈ, ਅਬਨਾਸ਼ੀ ਹੈ। ਅਕਾਲ ਪੁਰਖ ਦੀ ਮੂਰਤੀ ਨਹੀਂ ਬਣ ਸਕਦੀ। ਇਹ ਉਸ ਸਮੇਂ ਚੱਲ ਰਹੇ ਮੂਰਤੀ ਪੂਜਾ ਦੇ ਰਿਵਾਜ ਦਾ ਖੰਡਨ ਹੈ। ਮਨੁੱਖ ਦੀਆਂ ਹਜ਼ਾਰਾਂ ਮੂਰਤਾਂ ਬਣ ਸਕਦੀਆਂ ਨੇ, ਹਜ਼ਾਰਾਂ ਫੋਟੋਆਂ ਬਣਾ ਸਕਦੀਆਂ ਨੇ, ਜੋ ਕਿ ਸਮੇਂ ਦੇ ਪ੍ਰਭਾਵ ਨਾਲ ਹੌਲੀ ਹੌਲੀ ਖਰਾਬ ਹੋ ਜਾਂਦੀਆਂ ਨੇ ਤੇ ਫਿਰ ਪੈਰਾਂ ਵਿੱਚ ਜਾਂ ਰੱਦੀ ਵਿੱਚ ਰੁਲਦੀਆਂ ਵੇਖੀਆਂ ਜਾ ਸਕਦੀਆਂ ਨੇ। ਪਰ ਅਕਾਲ ਪੁਰਖ ਦੀ ਸ਼ਕਤੀ ਦੀ ਕੋਈ ਮੂਰਤ ਨਹੀਂ ਬਣਦੀ। ਅਕਾਲ ਪੁਰਖ ਦੀ ਸ਼ਕਤੀ ਸਮੇਂ ਦੇ ਅਧੀਨ ਨਹੀਂ ਹੈ, ਇਹ ਸਮੇਂ ਤੋਂ ਉੱਪਰ ਹੈ, ਅਵਿਨਾਸ਼ੀ ਹੈ, ਅਕਾਲ ਕਲਾ ਹੈ, ਅਜੂਨੀ। ਇਹ ਜਿਹੜੀ ਹਸਤੀ ਹੈ, ਅਜਿਹੀ ਹਸਤੀ ਹੈ ਜੋ ਜੂਨਾਂ ਵਿੱਚ ਨਹੀਂ ਹੁੰਦੀ, ਭਾਵ ਕਿ ਉਹ ਕਿਸੇ ਮਾਂ ਦੇ ਗਰਭ ਤੋਂ ਪੈਦਾ ਨਹੀਂ ਹੁੰਦਾ, ਉਸ ਨੂੰ ਕਿਸੇ ਨੇ ਮਾਂ ਨੇ ਜਨਮ ਨਹੀਂ ਦਿੱਤਾ। ਉਹ ਜੂਨ ਤੋਂ ਰਹਿਤ ਹੈ, ਉਹ ਜਨਮ ਮਰਨ ਤੋਂ ਉੱਪਰ ਹੈ, ਉਹ ਅਮਰ ਹੈ, ਸਦਾ ਹੈ, ਅਟਲ ਹੈ, ਨਿਰੰਕਾਰ ਹੈ, ਆਕਾਰ ਰਹਿਤ ਹੈ, ਨਿਰਗੁਣ ਹੈ, ਨਿਰੰਜਨ ਹੈ, ਕਾਲਖ ਰਹਿਤ ਹੈ, ਵਿਕਾਰਾਂ ਤੋਂ ਰਹਿਤ ਹੈ, ਪ੍ਰਕਾਸ਼ ਰੂਪ ਹੈ, ਚਾਨਣ ਹੈ, ਰਹਿਨੁਮਾ ਹੈ, ਮਾਰਗ ਦਰਸ਼ਕ ਹੈ, ਸਦਾ ਸੱਚਾ ਹੈ। ਸੈਭੰ, ਸੈਭੰ ਉਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੈ, ਉਹ ਆਪਣੇ ਆਪ ਹੀ ਪ੍ਰਗਟ ਹੋਇਆ ਹੈ, ਕਿਸੇ ਨੇ ਉਸ ਨੂੰ ਪੈਦਾ ਨਹੀਂ ਕੀਤਾ, ਕਿਸੇ ਨੇ ਉਸ ਨੂੰ ਬਣਾਇਆ ਨਹੀਂ, ਉਸ ਦੀ ਸਿਰਜਣਾ ਕਿਸੇ ਨੇ ਨਹੀਂ ਕੀਤੀ, ਪਰ ਉਹ ਆਪ ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ ਹੈ, ਰਚਨਹਾਰ ਹੈ। ਤੇ ਇਹ ਰਚਨਾ ਕਰਕੇ ਕੁਦਰਤ ਸਾਜ ਕੇ ਉਸ ਵਿੱਚ ਉਹ ਆਪ ਨਿਵਾਸ ਕਰ ਰਿਹਾ ਹੈ। ਗੁਰ ਪ੍ਰਸਾਦ, ਉੱਪਰਲੇ ਗੁਣਾਂ ਵਾਲਾ ਅਕਾਲ ਪੁਰਖ ਵਾਹਿਗੁਰੂ ਜਾਂ ਰੱਬ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਜਿਹੜੇ ਉੱਪਰਲੇ ਗੁਣ ਆਪਾਂ ਬਿਆਨ ਕੀਤੇ ਨੇ, ਸਤਨਾਮ, ਕਰਤਾ ਪੁਰਖ, ਨਿਰਭਉ, ਨਿਰਵੈਰ, ਅਕਾਲ ਮੂਰਤ, ਅਜੂਨੀ, ਸੈਭੰ, ਇਹ ਜਿਹੜੇ ਗੁਣਾਂ ਵਾਲਾ ਪਰਮਾਤਮਾ ਸਾਨੂੰ ਅਕਾਲ ਪੁਰਖ ਦੇ ਜਿਹੜੇ ਉੱਪਰਲੇ ਗੁਣ ਬਿਆਨ ਕੀਤੇ ਨੇ, ਇਹ ਗੁਣਾਂ ਵਾਲਾ ਪਰਮਾਤਮਾ ਸਾਨੂੰ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਜਾਣੀ ਗੁਰੂ ਦੀ ਕਿਰਪਾ ਲੈਣਾ, ਗੁਰੂ ਦੀ ਕਿਰਪਾ ਹਾਸਲ ਕਰਨਾ ਸਾਡਾ ਮਨੋਰਥ ਹੈ। ਜਾਣੀ ਕਹਿਣ ਦਾ ਮਤਲਬ ਇਹ ਹੋਇਆ ਕਿ ਇਹ ਜਿਹੜੇ ਗੁਣ ਨੇ, ਇਹ ਗੁਣ ਅਸੀਂ ਆਪਣੇ ਅੰਦਰ ਧਾਰਨ ਕਰਨੇ ਨੇ, ਆਪਣੇ ਅੰਦਰ ਹੌਲੀ ਹੌਲੀ ਮਿਹਨਤ ਨਾਲ, ਲਗਨ ਨਾਲ ਆਪਣੇ ਅੰਦਰ ਗੁਣ ਇਹ ਲੈ ਕੇ ਆਉਣੇ ਨੇ। ਨਿਰਵੈਰਤਾ, ਨਿਰਭੈਤਾ, ਨਿਰਵੈਰਤਾ, ਰਵਾਨਗੀ, ਇਹ ਸਾਰੇ ਆਪਣੇ ਅੰਦਰ ਗੁਣ ਲੈ ਕੇ ਆਉਣੇ ਨੇ। ਜਿਉਂ ਹੀ ਇਹ ਆਪਣੇ ਅੰਦਰ ਲੈ ਕੇ ਆਵਾਂਗੇ ਤਾਂ ਅਸੀਂ ਸਾਡੇ ਤੇ ਅਕਾਲ ਪੁਰਖ ਕਿਰਪਾ ਕਰੂਗਾ, ਬਖਸ਼ਿਸ਼ ਕਰੂਗਾ, ਤੇ ਫਿਰ ਅਸੀਂ ਰੱਬ ਦੇ ਘਰ ਤੱਕ ਪਹੁੰਚ ਸਕਦੇ ਹਾਂ। ਦੂਜੇ ਲਫ਼ਜ਼ਾਂ ਵਿੱਚ ਆਪਾਂ ਇਸ ਨੂੰ ਕਹਿ ਸਕਦੇ ਹਾਂ ਕਿ ਮਨੁੱਖ ਨੂੰ ਇਹ ਖੁੱਲ੍ਹ ਹੈ ਕਿ ਉਹ ਆਪਣੇ ਅੰਦਰ ਉੱਪਰ ਵਾਲੇ ਗੁਣ ਧਾਰਨ ਕਰੇ, ਸਹਿਜ, ਧੀਰਜ ਤੇ ਹੁਕਮ ਵਿੱਚ ਚੱਲਦੇ ਹੋਏ ਪੂਰੇ ਭਰੋਸੇ ਤੇ ਵਿਸ਼ਵਾਸ ਨਾਲ ਇੱਕ ਦੇ ਲੜ ਲੱਗ ਕੇ ਆਪਣੇ ਗ੍ਰਸਤ ਜੀਵਨ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ, ਨਿਰਮਲ ਕਰਮ ਕਰਦੇ ਹੋਏ, ਹਮੇਸ਼ਾ ਪ੍ਰਭੂ ਦੀ ਯਾਦ ਵਿੱਚ ਚਿੱਤ ਜੋੜ ਕੇ, ਵਿਚਾਰਾਂ ਤੋਂ ਮਨ ਮੋੜ ਕੇ, ਆਪਾ ਸਮਰਪਣ ਕਰਕੇ, ਹਉਮੈ ਨਿਵਾਰ ਕੇ, ਨਿਮਰਤਾ, ਹਲੀਮੀ ਤੇ ਗਰੀਬੀ ਭਾਵਨਾ ਨਾਲ
ਅੱਗੇ ਅੱਗੇ ਤੁਰਦਾ ਰਹੇਗਾ ਤਾਂ ਫਿਰ ਉਸ ਦੀ ਸਵਾਗਤ ਲਈ ਗੁਰੂ ਪ੍ਰਸਾਦ ਜਾਂ ਕਿਰਪਾ ਲੈ ਕੇ ਖੜਾ ਹੋਏਗਾ। ਇਹੀ ਸਾਡਾ ਜੀਵਨ ਮਨੋਰਥ ਹੈ। ਗੁਰੂ ਕਿਰਪਾ, ਗੁਰ ਪ੍ਰਸਾਦ ਪ੍ਰਾਪਤ ਕਰਨਾ ਹੀ ਇਸ ਜ਼ਿੰਦਗੀ ਦਾ ਅਸਲ ਮਨੋਰਥ ਹੈ। ਇਸ ਤੋਂ ਅੱਗੇ ਇਹ ਮੂਲ ਮੰਤਰ, ਇੱਥੇ ਤੱਕ ਮੂਲ ਮੰਤਰ ਹੈ। ਇਸ ਤੋਂ ਅੱਗੇ ਆ ਜਾਂਦਾ ਜਪ। ਜਪ ਬਾਣੀ ਦਾ ਸਿਰਲੇਖ ਹੈ, ਜਪ ਜੀ ਸਾਹਿਬ। ਇੱਥੋਂ ਅੱਗੇ ਜਪ ਜੀ ਸਾਹਿਬ ਸ਼ੁਰੂ ਹੁੰਦੀ ਹੈ ਤੇ ਜਪ ਦਾ ਅਰਥ ਹੈ ਸਿਮਰਨ, ਭਜਨ, ਬੰਦਗੀ, ਨਾਮ ਜਪਣਾ, ਉੱਪਰਲੇ ਗੁਣਾਂ ਵਾਲੀ ਹਸਤੀ ਨੂੰ ਸਮਰਪਣ ਹੋਣਾ, ਉਸ ਨੂੰ ਯਾਦ ਕਰਨਾ, ਉਸ ਨੂੰ ਚੇਤੇ ਵਿੱਚ ਰੱਖਣਾ, ਇਹ ਜਪ ਦਾ ਅਰਥ ਹੈ। ਅੱਗੇ ਮੰਗਲਾਚਰਨ ਹੈ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਆਦ ਸੱਚ, ਆਦ ਦਾ ਮਤਲਬ ਮੁੱਢ ਤੋਂ, ਉਹ ਜਿਹੜੀ ਹਸਤੀ ਹੈ, ਜੋ ਅਕਾਲ ਪੁਰਖ ਹੈ, ਉਹ ਮੁੱਢ ਤੋਂ ਹੈ। ਜੁਗ ਆਦ, ਜੁਗਾਂ ਦੇ ਮੁੱਢ ਤੋਂ, ਜੁਗ ਆਦ, ਜੁਗਾਂ ਦੇ ਮੁੱਢ ਤੋਂ ਵੀ ਉਹ ਸੱਚ ਹੈ। ਅਕਾਲ ਪੁਰਖ ਆਦ ਤੋਂ ਹੀ ਸੱਚ ਹੈ, ਐਗਜ਼ਿਸਟ ਕਰਦਾ ਹੈ, ਹੈਗਾ ਜਾਣੀ, ਤੇ ਪਰਮਾਤਮਾ ਜੁਗਾਂ ਦੇ ਮੁੱਢ ਤੋਂ ਵੀ ਪਰਮਾਤਮਾ ਹੈ ਵੀ ਸੱਚ, ਅੱਜ ਵੀ ਸੱਚ ਹੈ, ਅੱਜ ਵੀ ਹੈ, ਨਾਨਕ ਹੋਸੀ ਵੀ ਸੱਚ। ਆਉਣ ਵਾਲੇ ਸਮਿਆਂ ਦੇ ਵਿੱਚ ਵੀ ਇਹ ਪਰਮਾਤਮਾ ਰਹੇਗਾ। ਆਉਣ ਵਾਲੇ ਸਮਿਆਂ ਦੇ ਵਿੱਚ ਵੀ ਪਰਮਾਤਮਾ ਦੀ ਹਸਤੀ ਇਹ ਸੰਸਾਰ ਨੂੰ ਚਲਾਉਂਦੀ ਰਹੇਗੀ, ਆਪਣੇ ਨਿਯਮ ਦੇ ਵਿੱਚ, ਆਪਣੇ ਹੁਕਮ ਦੇ ਵਿੱਚ, ਇਹ ਸਦਾ ਹੀ ਰਹੇਗੀ। ਹੁਣ ਆਪਾਂ ਇਹ ਦੇਖਿਆ, ਮੂਲ ਮੰਤਰ ਤੇ ਮੰਗਲਾਚਰਨ ਦੇ ਸ਼ਲੋਕਾਂ ਦਾ ਅਰਥ ਕਰਨ ਦਾ ਆਪਾਂ ਯਤਨ ਕੀਤੇ ਨੇ। ਹੁਣ ਇਹਦਾ ਸਮੁੱਚਾ ਭਾਵ ਦੇਖੀਏ ਕਿ ਸਮੁੱਚਾ ਭਾਵ ਇਹੀ ਨਿਕਲਦਾ ਕਿ ਤੁਸੀਂ ਇੱਕ ਤੋਂ ਤੁਰਨਾ ਹੈ। ਇੱਕ ਗ੍ਰਾਫ ਜਿਵੇਂ ਬਣਾ ਲਈ ਆਪਾਂ, ਤੁਸੀਂ ਇੱਕ ਤੋਂ ਤੁਰਨਾ ਹੈ, ਸਫ਼ਰ ਤੈਅ ਕਰਦੇ ਹੋਏ, ਸਫ਼ਰ ਤੈਅ ਕਰਦੇ ਹੋਏ, ਰਸਤੇ ਵਿੱਚ ਆਈਆਂ ਔਕੜਾਂ ਤੇ ਸਹੂਲਤਾਂ ਨੂੰ ਸਮਝਦੇ ਹੋਏ, ਉਹਨਾਂ ਨੂੰ ਮਾਣਦੇ ਹੋਏ, ਘੁੰਮ ਕੇ ਵਾਪਸ ਇੱਕ ਉੱਪਰ ਹੀ ਆਉਣਾ ਹੈ। ਤੁਰਨ ਲਈ ਜ਼ਰੂਰੀ ਹੈ ਕਿ ਸਾਨੂੰ ਪਤਾ ਹੋਵੇ ਕਿ ਅਸੀਂ ਕਿੱਥੇ ਪਹੁੰਚਣਾ ਹੈ। ਇਸ ਲਈ ਸਾਨੂੰ ਆਪਣੇ ਨਿਸ਼ਾਨਾ, ਡੈਸਟੀਨੇਸ਼ਨ, ਜਿੱਥੇ ਪਹੁੰਚਣਾ ਹੈ, ਉਹ ਮਿਥਣਾ ਪਵੇਗਾ, ਲੱਭਣਾ ਪਵੇਗਾ। ਰਸਤਾ ਤਾਂ 10 ਦਿਸ਼ਾਵਾਂ ਵਾਲੇ ਖੁੱਲ੍ਹਦੇ ਨੇ, ਰਸਤੇ ਤਾਂ 10 ਦਿਸ਼ਾਵਾਂ 'ਚ ਹੀ ਖੁੱਲ੍ਹਦੇ ਨੇ, ਪਰ ਅਸੀਂ ਪਹਿਚਾਨਣਾ ਹੈ ਕਿ ਅਸਾਂ ਕਿਹੜਾ ਰਸਤਾ ਅਡਾਪਟ ਕਰਨਾ ਹੈ, ਕਿਹੜੇ ਰਸਤੇ ਤੇ ਚੱਲਣਾ ਹੈ। ਸਾਡਾ ਰਸਤਾ ਸਿਰਫ ਇੱਕ ਹੀ ਹੈ, 2 4 ਜਾਂ ਇਹ ਨਹੀਂ, ਇਹ 2 4 5 ਆਪਣੇ ਆਪ ਹੀ ਆਉਂਦੇ ਜਾਣਗੇ। ਕੋਈ ਵੀ ਗਿਣਤੀ ਪਹਿਲਾਂ ਇੱਕ ਤੋਂ ਹੀ ਸ਼ੁਰੂ ਹੁੰਦੀ ਹੈ। ਸਾਨੂੰ ਲੱਗਦਾ ਹੈ ਕਿ ਬਈ ਜਿਵੇਂ 400 ਤੱਕ ਪਹੁੰਚ ਗਏ ਆਪਾਂ, 400 ਦੀ ਗਿਣਤੀ ਤਾਂ 4 ਤੋਂ ਸ਼ੁਰੂ ਹੁੰਦੀ ਹੈ, ਪਰ ਨਹੀਂ, 400 ਤੱਕ ਤਾਂ ਹੀ ਪਹੁੰਚਾਂਗੇ ਜੇ ਅਸੀਂ ਪਹਿਲਾਂ ਇੱਕ ਤੋਂ ਸ਼ੁਰੂ ਹੋਵਾਂਗੇ। ਕਿਤੇ ਵੀ ਚਲੇ ਜਾਓ, ਉੱਥੇ ਹੀ ਇੱਕ ਹੈ, ਉੱਥੋਂ ਹੀ ਸ਼ੁਰੂਆਤ ਹੋ ਸਕਦੀ ਹੈ। ਆਪਣਾ ਸਫ਼ਰ ਕਿਸੇ ਵੀ ਇੱਕ ਤੋਂ ਤੇ ਕਿਸੇ ਵੀ ਇੱਕ ਤੇ ਖਤਮ ਕਰ ਸਕਦੇ ਹੋ। ਜਾਣੀ ਸਫ਼ਰ ਕਿਤੋਂ ਵੀ ਸ਼ੁਰੂ ਕਰੋ ਤੇ ਕਿਤੇ ਵੀ ਸਮਾਪਤ ਕਰ ਸਕਦੇ ਹੋ। ਵੇਖਣ ਵਾਲੀ ਗੱਲ ਇਹ ਹੈ ਕਿ ਸਫ਼ਰ ਕਿੰਨਾ ਅਸੀਂ ਇੱਕ ਦੇ ਨਾਲ ਕੀਤਾ ਤੇ ਕਿੰਨਾ ਅਸੀਂ ਹੋਰ ਚੀਜ਼ਾਂ ਨਾਲ ਜਾਂ ਵਿਕਾਰਾਂ ਨਾਲ ਬਿਤਾਇਆ। ਇਹੀ ਤੁਹਾਡੀ ਸਫਲਤਾ ਦਾ ਚਿੱਠਾ ਹੋਏਗਾ। ਇਸ ਓਮ ਦੇ ਮਹਾਸਾਗਰ ਵਿੱਚ ਇਸ ਇੱਕ ਤੇ ਜਦੋਂ ਖੜਦੇ ਅਸੀਂ, ਇੱਕ ਤੋਂ ਅੱਗੇ ਓਮ ਨੂੰ ਦੇਖੋ ਤਾਂ ਇਸ ਦੇ ਨਾਲ ਓਮਕਾਰ, ਇਹ ਇੱਕ ਹਸਤੀ ਹੈ, ਸ਼ਕਤੀ ਹੈ, ਊਰਜਾ ਦਾ ਸਾਗਰ ਹੈ।
ਹੁਣ ਇਹ ਊਰਜਾ ਤੁਹਾਨੂੰ ਪ੍ਰਭਾਵਿਤ ਕਰੇਗੀ ਜਦੋਂ ਇਹਦੇ ਨਾਲ ਖੜੇ ਹਾਂ। ਜਿਸ ਦੇ ਨਾਲ ਖੜਦੇ ਹਾਂ ਉਹ ਸਾਨੂੰ ਪ੍ਰਭਾਵਿਤ ਕਰਦੀ ਹੈ। ਜਿਉਂ-ਜਿਉਂ ਤੁਸੀਂ ਪ੍ਰਭਾਵਿਤ ਹੋਵੋਗੇ ਤੁਹਾਨੂੰ ਇੱਕ ਸਕੂਨ ਜਿਹਾ, ਆਰਾਮ ਜਿਹਾ, ਇੱਕ ਸਿਖਾਵਾਂਪਣ ਜਿਹਾ ਮਹਿਸੂਸ ਹੋਣ ਲੱਗੇਗਾ। ਤੁਸੀਂ ਇੱਕ ਕਦਮ ਇਸ ਸ਼ਕਤੀ ਵੱਲ ਪੁੱਟੋਗੇ, ਤੁਹਾਨੂੰ ਉਸ ਦੀ ਬੇਅੰਤਤਾ ਦਾ ਅਹਿਸਾਸ ਹੋਣ ਲੱਗੇਗਾ। ਜਿਉਂ-ਜਿਉਂ ਤੁਸੀਂ ਇਸ ਸ਼ਕਤੀ ਦੇ ਨਾਲ ਹੋਰ ਵਧੇਰੇ ਸਾਂਝ ਪਾਓਗੇ, ਤਿਉਂ-ਤਿਉਂ ਤੁਹਾਨੂੰ ਲੱਗੇਗਾ ਜਿਵੇਂ ਤੁਸੀਂ ਵੀ ਊਰਜਾਵਾਨ ਹੋ ਰਹੇ ਹੋ, ਤੁਹਾਡੇ ਅੰਦਰ ਵੀ ਊਰਜਾ ਭਰੀ ਜਾ ਰਹੀ ਹੈ। ਉਸ ਊਰਜਾ ਦੀ ਲਗਾਤਾਰ ਇਕਸਾਰਤਾ, ਬਿਨਾਂ ਰੋਕ-ਟੋਕ ਰਵਾਨਗੀ, ਨਿਰੰਤਰਤਾ, ਨਿਰਛਲਤਾ, ਪਵਿੱਤਰਤਾ, ਸੂਝਵਾਨਤਾ, ਨਿਰਵਾਣਤਾ, ਜਗਮਗਾਹਟ ਵਗੈਰਾ ਦਾ ਅਨੁਭਵ ਹੋਣ ਲੱਗੇਗਾ। ਇਸ ਓਮ ਦੇ ਮਹਾਸਾਗਰ ਵਿੱਚ ਛਲਾਂਗ ਲਗਾਉਣੀ ਹੈ ਤੇ ਇਸੇ ਵਿੱਚ ਸਮਾ ਜਾਣਾ ਹੈ। ਇਹੀ ਜ਼ਿੰਦਗੀ ਦਾ ਅਸਲ ਮਨੋਰਥ ਹੈ। ਪਰ ਛਲਾਂਗ ਇੱਕਦਮ ਨਹੀਂ ਲੱਗਦੀ। ਹੌਲੀ ਹੌਲੀ ਇਸ ਸ਼ਕਤੀ ਦੇ ਸਾਗਰ ਦੀਆਂ ਤਰੰਗਾਂ, ਇਸ ਦੀਆਂ ਲਹਿਰਾਂ ਤੁਹਾਨੂੰ ਪ੍ਰਭਾਵਿਤ ਕਰਨਗੀਆਂ। ਜਿਉਂ-ਜਿਉਂ ਤੁਸੀਂ ਇਹਨਾਂ ਲਹਿਰਾਂ ਦੇ ਸਾਥ ਨਿਭੋਗੇ, ਇਹਨਾਂ ਲਹਿਰਾਂ ਦਾ, ਇਹਨਾਂ ਤਰੰਗਾਂ ਦਾ ਆਨੰਦ ਮਾਣੋਗੇ, ਤੁਸੀਂ ਊਰਜਾ ਦੇ ਡੂੰਘੇ ਸਮੁੰਦਰ ਵਿੱਚ ਹੋਰ ਅੱਗੇ ਜਾਣ ਦਾ ਹਿਆ ਕਰੋਗੇ। ਇੱਕ ਚਾਨਣ ਦਾ, ਗਿਆਨ ਦਾ, ਪ੍ਰਕਾਸ਼ ਦਾ ਅਥਾਹ ਸਾਗਰ ਮਹਿਸੂਸ ਹੋਣ ਲੱਗੇਗੀ। ਤੁਹਾਡੇ ਅੰਦਰ ਵੀ ਰਵਾਨਗੀ ਦੀ ਰੌਂ ਵਧਣ ਲੱਗੇਗੀ। ਤੁਹਾਨੂੰ ਆਪਣੀ ਹੋਂਦ ਦਾ ਅਹਿਸਾਸ ਹੋਣ ਲੱਗੇਗਾ। ਆਪਣੀ ਹੋਂਦ ਉੱਪਰ ਯਕੀਨ ਜਿਹਾ ਬਣੇਗਾ। ਭਾਵੇਂ ਛੋਟਾ ਕਤਰਾ ਹੀ ਸਹੀ, ਪਰ ਤੁਹਾਨੂੰ ਇਹ ਵਿਸ਼ਵਾਸ ਹੋਣ ਲੱਗੇਗਾ ਕਿ ਤੁਸੀਂ ਉਸ ਸ਼ਕਤੀ ਦਾ ਹਿੱਸਾ ਹੋ ਤੇ ਤੁਹਾਡਾ ਭਰੋਸਾ ਹੋਰ ਮਜ਼ਬੂਤ ਹੋਣ ਲੱਗੇਗਾ। ਜਾਣੀ ਸਤਿਨਾਮ ਦੇ ਅਰਥ ਤੁਹਾਨੂੰ ਖੁੱਲ੍ਹ ਕੇ ਪਤਾ ਲੱਗਣਗੇ, ਸਮਝ ਪੈਣ ਲੱਗਣਗੇ। ਫਿਰ ਤੁਹਾਡੇ ਅੰਦਰੋਂ ਡਰ, ਭਉ ਮਿਟ ਜਾਵੇਗਾ ਤੇ ਨਿਡਰ ਹੋ ਕੇ, ਹੌਸਲਾ ਭਰਪੂਰ ਹੋ ਕੇ ਇਸੇ ਰਸਤੇ ਤੇ ਹੋਰ ਅੱਗੇ ਵਧਣ ਲੱਗੋਗੇ। ਤੁਹਾਡੇ ਅੰਦਰ ਵੀ ਨਿਰਵੈਰਤਾ ਦਾ ਭਾਵ ਆ ਜਾਏਗਾ, ਕਿਉਂਕਿ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਸਾਰੇ ਕੁਛ ਹੀ ਪਰਮਾਤਮਾ ਹੀ ਹੈ। ਹਰ ਇੱਕ ਦੇ ਵਿੱਚ ਪਰਮਾਤਮਾ ਹੀ ਹੈ, ਸਭ ਦੇ ਵਿੱਚ ਪਰਮਾਤਮਾ ਹੀ ਹੈ, ਜਰੇ ਜਰੇ ਦੇ ਵਿੱਚ ਕਣ। ਇਸ ਲਈ ਵੈਰ ਕਿਸ ਨਾਲ? ਹੌਲੀ ਹੌਲੀ ਨਿਰਵੈਰਤਾ ਦਾ ਭਾਵ ਤੁਹਾਡੇ ਅੰਦਰ ਆਵੇਗਾ। ਸਭ ਕੁਝ ਸੱਚ, ਚਿੱਟਾ ਸੱਚ ਦਿਸਣ ਲੱਗੇਗਾ। ਹੁਣ ਤੁਹਾਡੇ ਅੰਦਰ ਇੱਕ ਰੀਝ ਜਾਂ ਚਾਅ ਜਿਹਾ ਪੈਦਾ ਹੋਣ ਲੱਗੇਗਾ। ਪਰਉਪਕਾਰ ਦੀ ਭਾਵਨਾ ਪੈਦਾ ਹੋਣ ਲੱਗੇਗੀ। ਤੁਹਾਡਾ ਜੀ ਜਿਹਾ ਕਰੇਗਾ ਕਿ ਆਪਣੇ ਹੋਰ ਮਿੱਤਰਾਂ, ਦੋਸਤਾਂ ਨੂੰ ਵੀ ਇਸ ਬਾਰੇ ਦੱਸਾਂ, ਤਾਂ ਕਿ ਉਹ ਵੀ ਭਟਕਣਾ ਵਿੱਚੋਂ ਨਿਕਲ ਕੇ ਇਸ ਸੁਖਮਈ ਰਸਤੇ ਉੱਪਰ ਤੁਰ ਸਕਣ। ਤੁਸੀਂ ਹੋਰ ਡੂੰਘੀ ਚੁੱਭੀ ਲਗਾਓਗੇ ਤੇ ਤੁਹਾਨੂੰ ਸਮਝ ਆ ਜਾਏਗੀ ਕਿ ਉਸ ਅਸੀਮ ਸ਼ਕਤੀ ਦੇ ਸਮੁੰਦਰ ਨੂੰ ਕਿਸੇ ਨੇ ਪੈਦਾ ਨਹੀਂ ਕੀਤਾ। ਉਸ ਦੀ ਪੈਦਾਇਸ਼ ਆਪਣੇ ਆਪ ਤੋਂ ਹੈ ਔਰ ਸਦਾ ਤੋਂ ਹੈ ਔਰ ਸਦਾ ਹੀ ਰਹੇਗੀ। ਜਦੋਂ ਤੁਸੀਂ ਪੂਰਨ ਰੂਪ ਵਿੱਚ ਇਸ ਸੱਚ ਦੀ ਖੇਡ ਨੂੰ ਸਮਝ ਲਿਆ, ਜਾਣ ਲਿਆ ਤੇ ਸਦਾ ਲਈ ਸਮਰਪਣ ਕਰ ਲਿਆ, ਤਾਂ ਅੱਗੇ ਗੁਰੂ ਪ੍ਰਸਾਦ ਲੈ ਕੇ ਖੜਾ ਹੋਵੇਗਾ। ਗੁਰੂ ਕਿਰਪਾ ਦਾ ਹਾਰ ਲੈ ਕੇ ਤੁਹਾਡੇ ਗਲ ਪਾਵੇਗਾ ਤੇ ਤੁਸੀਂ ਪ੍ਰਵਾਨ ਹੋ ਜਾਓਗੇ। ਅਤੇ ਇਹੀ ਸਾਡਾ ਮਨੋਰਥ ਹੈ। ਗੁਰੂ ਤੋਂ ਅੱਗੇ ਫਿਰ ਇੱਕ ਹੈ, ਸੱਚਖੰਡ ਹੈ, ਸੋ ਦਰ ਹੈ, ਸੋ ਘਰ ਹੈ। ਉਹੀ ਸ਼ਕਤੀ, ਉਹੀ ਊਰਜਾ ਤੇ ਪ੍ਰਕਾਸ਼ ਦਾ ਠਾਠਾ ਮਾਰਦਾ ਅਸੀਮ ਸਮੁੰਦਰ। ਹੁਣ ਤੁਸੀਂ ਜਿੱਥੋਂ ਸ਼ੁਰੂ ਹੋਏ ਸੀ ਉੱਥੇ ਹੀ ਪਹੁੰਚ ਜਾਓਗੇ। ਇਹੀ ਅਸਲ ਮਨੋਰਥ ਹੈ। ਹੁਣ ਤੁਸੀਂ ਇੱਕ ਹਫ਼ਤੇ ਲਈ ਇਸ ਮੂਲ ਮੰਤਰ ਦਾ ਅਭਿਆਸ ਕਰਨਾ ਹੈ, ਸਿਮਰਨ ਕਰਨਾ, ਇਸ ਨੂੰ ਚੇਤੇ ਵਿੱਚ ਰੱਖਣਾ, ਇਸ ਵਿਚਲੇ ਗੁਣਾਂ ਨੂੰ ਆਪਣੇ ਅੰਦਰ ਵਸਾਉਣ ਦਾ ਯਤਨ ਕਰਨਾ। ਤੇ ਅਗਲੇ ਇੱਕ ਹਫ਼ਤੇ ਬਾਅਦ ਆਪਾਂ ਅਗਲੀ ਪਹਿਲੀ ਪੌੜੀ ਦੀ ਵਿਚਾਰ ਕਰਕੇ ਤੁਹਾਡੇ ਨਾਲ ਫੇਰ ਸਾਂਝ ਕਰਾਂਗੇ। ਅੱਜ ਇੱਥੇ ਹੀ ਸਮਾਪਤੀ ਕਰਦੇ ਹਾਂ। ਪੂਰੇ ਟਿਕਾਓ ਤੇ ਇਕਾਗਰਤਾ ਨਾਲ ਸੁਣਨ ਲਈ
ਤੁਹਾਡਾ ਸਭ ਦਾ ਧੰਨਵਾਦ। ਵਾਹਿਗੁਰੂ ਭਲੇ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।